शुरुआत असी सेंटर दे विच बीजेपी की सरकार है। चन्नी जी, शुरुआत तुहाडे तो। ये डिप्लोमैटिक रिश्तिਆਂ ਦੇ ਲਈ आम तौर पर कहा जाता है कि जो इस तरीके की कोई सिचुएशन आ भी जाए तो फिर ਜਿਹੜੇ ਆਫੀਸਰਸ ਲੈਵਲ ਤੇ ਬਿਊਰੋਕਰੇਟ ਲੈਵਲ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਸੌਟ ਆਊਟ ਕਰ ਲਿਆ ਜਾਂਦਾ ਹੈ। ਪਰ ਪਾਰਲੀਮੈਂਟ ਦੇ ਵਿੱਚ ਡਾਇਰੈਕਟਲੀ ਇੰਡੀਅਨ ਗਵਰਨਮੈਂਟ ਦਾ ਜ਼ਿਕਰ ਕਰਨਾ, ਨਾਮ ਲੈਣਾ, ਐਲੀਗੇਸ਼ਨ ਲਗਾਣੇ ਬਹੁਤ ਸੀਰੀਅਸ ਇਸ਼ੂ ਪੂਰੀ ਦੁਨੀਆ ਦੇ ਸਾਹਮਣੇ ਇਸ ਸਮੇਂ ਜ਼ਰੂਰ ਹੈ। ਤੁਹਾਡੀ ਫਸਟ ਇਸ ਦੇ ਉੱਤੇ ਸਟੇਟਮੈਂਟ ਔਰ ਪੁਆਇੰਟ ਇਹ ਵੀ ਹੈ ਕਿ ਨਿੱਜਰ ਦਾ ਕਤਲ ਹੋਇਆ ਉੱਥੇ ਔਰ ਪਿਛਲੇ ਕਾਫੀ ਟਾਈਮ ਤੋਂ ਗੁਰਦੁਆਰਾ ਸਾਹਿਬ ਜਿਸ ਦੇ ਬਾਹਰ ਨਿੱਜਰ ਦਾ ਕਤਲ ਹੋਇਆ ਸੀ ਉੱਥੇ ਵੱਡੇ ਬੋਰਡ ਦੇ ਵਿੱਚ ਜਿਹੜੇ ਇੰਡੀਅਨ ਕੌਂਸੂਲੇਟਸ ਹੈਗੇ ਨੇ ਕੈਨੇਡਾ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਤੱਕ ਲਗਾਈਆਂ ਗਈਆਂ ਸੀ। ਦੇਖੋ ਗੌਰਵ, ਬਹੁਤ ਹੀ ਮੰਦਭਾਗੀ ਗੱਲ ਹੈ ਜੀ ਕਿ ਐਡਾ ਵੱਡਾ ਅਹੁਦਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਪਹਿਲਾਂ ਸਟੇਟਮੈਂਟ ਦਿੱਤੀ ਆਪਣੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ, ਤੇ ਉੱਥੇ ਉਹਨਾਂ ਨੇ ਕਿਹਾ ਕਿ ਜੀ ਸਾਡੇ ਕੋਲ ਕ੍ਰੈਡੀਬਲ ਇਨਫੋਰਮੇਸ਼ਨ ਹੈ ਤੇ ਲਿੰਕੇजेस ਹੈਗੇ ਜਿਹੜੀਆਂ ਇੰਡੀਅਨ ਏਜੰਸੀਜ਼ ਹੈਗੀਆਂ ਨੇ ਉਹਨਾਂ ਦੀ ਇਹਦੇ ਵਿੱਚ ਇਨਵੋਲਵਮੈਂਟ ਹੈ। ਹੁਣ ਤੁਸੀਂ ਇਹ ਦੇਖੋ ਵੀ ਕਿੰਨੀ ਮਾੜੀ ਗੱਲ ਹੈਗੀ ਹੈ ਕਿ ਜੇ ਤੇਰੇ ਕੋਲੇ ਕੁਝ ਹੈਗਾ ਤੇ ਤੂੰ ਉਹਨੂੰ ਫਾਰਮਲੀ ਸ਼ੇਅਰ ਕਰ। ਹੁਣ ਇਸ ਚੀਜ਼ ਦਾ ਕੌਣ ਗਵਾਹ ਹੈਗਾ ਵੀ ਉਹਨਾਂ ਨੇ ਪ੍ਰਾਈਮ ਮਿਨਿਸਟਰ ਦੇ ਨਾਲ ਵੀ ਸ਼ੇਅਰ ਕੀਤੀ ਹੈ? ਤੇ ਫਿਰ ਇਹ ਗੱਲ ਦਾ ਵੀ ਕੌਣ ਸਬੂਤ ਹੈਗਾ ਕਿ ਉਹਨਾਂ ਨੇ ਜਾ ਕੇ ਹੁਣ 5-4 ਦਿਨਾਂ ਦੇ ਵਿੱਚ ਕੀ ਐਡੀ ਗੱਲ ਹੋ ਗਈ ਕਿ ਉੱਥੇ ਜਿਹੜੀ ਕੈਨੇਡੀਅਨ ਪਾਰਲੀਮੈਂਟ ਆ ਉਹਦੇ ਵਿੱਚ ਜਾ ਕੇ ਸਟੇਟਮੈਂਟ ਦੇਤੀ ਜੀ। ਇਹ ਐਡਾ ਇੱਕ ਬਚਕਾਨਾ ਕੰਮ ਹੈਗਾ, ਬਚਕਾਨਾ ਇਹ ਇੱਕ ਮੈਂ ਕਹੂੰਗਾ ਕਿ ਇਹਨਾਂ ਨੇ ਇਹ ਸ਼ੁਰੂਆਤ ਕੀਤੀ ਹੈ ਜਿਹਦੇ ਨਾਲ ਦੋ ਮੁਲਕਾਂ ਦੇ ਵਿੱਚ ਬਹੁਤ ਵੱਡੇ ਮਤਭੇਦ ਹੋ ਸਕਦੇ ਨੇ ਔਰ ਜਿਹੜਾ ਸਾਡੀ ਇਕੁਐਲਿਟੀਜ਼ ਹੈਗੀਆਂ ਨੇ, ਸੋਵਰਨਟੀ ਹੈਗੀ ਹੈ, ਉਹਨੂੰ ਹਿੱਟ ਕਰ ਰਹੇ। ਹੁਣ ਤੁਸੀਂ ਇਹ ਦੇਖੋ ਵੀ ਜੇ ਇਹ ਕਹਿੰਦੇ ਸਾਡਾ ਜੀ ਸਿਟੀਜ਼ਨ ਸੀ, ਸਿਟੀਜ਼ਨ ਆਪਾਂ ਨੂੰ ਪਤਾ ਕਿੱਦਾਂ ਦਾ ਸੀਗਾ, ਉਹ ਉੱਥੇ ਗਿਆ ਆਪਣੇ ਪਹਿਲਾਂ ਬੀਕੇ ਦਾ ਸੀਗਾ ਤੇ ਫਿਰ ਉਹ ਖਾਲਸਾ ਟਾਈਗਰ ਫੋਰਸ ਦਾ ਸੀਗਾ ਤੇ ਫਿਰ ਉੱਥੇ ਜਿਹੜੀਆਂ ਜਿੰਨੇ ਆਪਣੇ ਇਹ ਬੰਦੇ ਨੇ ਨਾ ਉੱਥੇ ਬਿਨਾਂ ਪੈਸੇ ਇਕੱਠੇ ਕਰਨ ਤੋਂ ਹੋਰ ਕੋਈ ਕੰਮ ਨਹੀਂ ਕਰਦੇ ਔਰ ਉਹਨਾਂ ਦੀਆਂ ਉੱਥੇ ਗੈਂਗਵਾਰ ਚੱਲ ਰਹੀਆਂ ਨੇ। ਤੇ ਇਹ ਗੁਰਪਤਵੰਤ ਪੰਨੂ ਵਰਗੇ ਬੰਦੇ ਨੂੰ ਆ ਜਿਹੜਾ ਹੁਣ ਵੀ ਪਿੱਛੇ ਦੇਣਾ ਸੀਗਾ ਉਹਨੂੰ ਵੀ ਸਿਕਿਉਰਿਟੀ ਉੱਥੇ ਮਿਲੀ ਹੋਈ। ਮਤਲਬ ਇਹ ਜੇ ਕਹਿੰਦੇ ਆ ਵੀ ਸਾਡੀ ਧਰਤੀ ਤੇ ਅਸੀਂ ਕਿਸੇ ਚੀਜ਼ ਦੀ ਏਦਾਂ ਦੀ ਟੋਲਰੈਂਸ ਨਹੀਂ ਕਰਦੇ ਤੇ ਕੋਈ ਵੀ ਨਹੀਂ, ਹਰ ਬੰਦਾ ਹਰ ਕੰਟਰੀ ਦੇ ਵਿੱਚ ਜਿਹੜਾ ਲਾਈਫ ਜਿਹੜੀ ਪ੍ਰੋਟੈਕਸ਼ਨ ਆਫ ਲਾਈਫ ਐਂਡ ਲਿਬਰਟੀ ਹੈਗੀ ਹੈ, ਫਰੀडम ਆਫ ਐਕਸਪ੍ਰੈਸ਼ਨ ਹੈਗਾ, ਫਰੀडम ਆਫ ਸਪੀਚ ਹੈਗੀ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਕਿਸੇ ਦੇ ਉਹ ਕੈਨੇਡੀਅਨ ਸਿਟੀਜ਼ਨ ਹੈਗਾ ਕਿ ਉਹਨੂੰ ਰਾਈਟ ਹੈ ਵੀ ਉਹ ਇੰਡੀਅਨ ਕੰਟਰੀ ਨੂੰ ਏਦਾਂ ਦੀਆਂ ਗੱਲਾਂ ਕਰੇ ਜਾਂ ਉਹ ਸੋਵਰਨਟੀ ਨੂੰ ਗੱਲ ਕਰੇ ਜਾਂ ਸਾਡੀ ਇੰਟੈਗ੍ਰਿਟੀ ਦੀ ਗੱਲ ਕਰੇ। ਉਹਨਾਂ ਬਾਰੇ ਕੀ ਇਹਨਾਂ ਦੇ ਕੀ ਵਿਚਾਰ ਨੇ, ਕੀ ਉਹਨਾਂ ਨੇ ਐਕਸ਼ਨ ਲਿਆ? ਸਭ ਤੋਂ ਸੌਫਟ ਵਨ ਆਫ ਦੀ ਸੌਫਟੈਸਟ ਕੰਟਰੀ ਜਿਹੜਾ ਹੈਗਾ ਲਾ ਐਂਡ ਆਰਡਰ ਵਾਈਜ਼ ਉਹ ਕੈਨੇਡਾ ਹੈ ਗੌਰਵ। ਤੁਸੀਂ ਕਿਤੇ ਜਾ ਕੇ ਦੇਖ ਲਓ ਜੋ ਵੀ ਉਹਨਾਂ ਦਾ ਮਤਲਬ ਜਿਵੇਂ ਡਿਫੈਂਸ ਵਾਲੀ ਕੋਈ ਖਾਸ ਗੱਲ ਨਹੀਂ ਹੈਗੀ ਤੇ ਇਸ ਤਰ੍ਹਾਂ ਲਾ ਐਂਡ ਆਰਡਰ ਦਾ ਹੈਗਾ ਜਿਹੜੀ ਇਹਨਾਂ ਦੀ ਰਾਇਲ ਮਾਊਂਟੇਨ ਪੁਲਿਸ ਹੈਗੀ ਹੈ। ਮਤਲਬ ਇਹ ਹੁਣ ਇਹਨਾਂ ਦੀ ਪ੍ਰੋਬਲਮ ਇਹ ਆ ਗਈ ਕਿ ਇਹਨਾਂ ਦੀ ਸਰਕਾਰ ਮਾਈਨੋਰਿਟੀ ਦੇ ਵਿੱਚ ਹੈ ਔਰ ਜਗਮੀਤ ਸਿੰਘ ਜਿਹੜੇ NDP ਵਾਲੇ ਨੇ ਉਹਨਾਂ ਦੀ ਸਪੋਰਟ ਦੇ ਨਾਲ ਇਹ ਚੱਲਦੇ ਨੇ। ਉਹਨਾਂ ਅੱਛਾ ਉੱਥੇ ਥੋੜੀਆਂ ਵੋਟਾਂ ਨਾਲ ਮੈਂਬਰ ਪਾਰਲੀਮੈਂਟ ਬਣ ਜਾਂਦੇ ਤੇ ਜਿਹੜੇ ਇਹਨਾਂ ਨੂੰ MP ਦੀ ਵੱਡੀ ਲੋੜ ਹੈਗੀ ਹੈ ਫਿਰ ਇਲੈਕਸ਼ਨ ਫੇਸ ਕਰ ਰਹੇ ਪਰ ਨਾਟ ਐਟ ਦਿਸ ਕਾਸਟ ਕਿ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਇੱਥੇ ਉੱਥੇ ਜਾ ਕੇ। ਔਰ ਤੁਸੀਂ ਇਹ ਦੇਖੋ ਵੀ ਸਾਰੀ ਦੁਨੀਆ ਇੱਕ ਪਾਸੇ ਮਤਲਬ ਤੁਹਾਨੂੰ ਲੱਗ ਰਿਹਾ ਕਿ ਆਪਣੇ ਪੋਲੀਟੀਕਲ ਮੋਟਿਵ ਦੇ ਲਈ ਡਿਪਲੋਮੈਟਿਕ ਜਿਹੜੇ ਰਿਲੇਸ਼ਨਸ ਨੇ ਉਹਨਾਂ ਨੂੰ ਦਾਅ ਦੇ ਉੱਤੇ ਲਗਾ ਦਿੱਤਾ ਗਿਆ ਜਸਟਿਨ ਟਰੂਡੋ ਦੇ ਵੱਲੋਂ। ਬਿਲਕੁਲ ਅਸੀਂ ਤਾਂ ਗੱਲ ਕਰਦੇ ਸਾਰਾ ਗਲੋਬ ਗੱਲ ਕਰ ਰਿਹਾ ਕਿ ਵਨ ਅਰਥ, ਵਨ ਫੈਮਿਲੀ, ਵਨ ਫਿਊਚਰ। ਇਹ ਇਕੱਲੇ ਇੱਕ ਬੰਦੇ ਨੇ ਜਿਹੜੇ ਇੱਥੋਂ ਇੱਕ ਓਨਲੀ ਪ੍ਰਾਈਮ ਮਿਨਿਸਟਰ ਜਿਹੜਾ ਇਹ ਤਾਂ ਆਪਣੇ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਡਿਨਰ ਵਿੱਚ ਵੀ ਨਹੀਂ ਗਏ ਤੇ ਅਸੀਂ ਤਾਂ ਮੋਦੀ ਸਾਹਿਬ ਨੇ ਤਾਂ ਇਹਨਾਂ ਨੂੰ ਕਿਹਾ ਸੀ ਜਾਣ ਵਾਸਤੇ ਤੁਸੀਂ ਸਾਡਾ ਚਾਹੇ ਅਸੀਂ ਆਪਣਾ ਮੈਂ ਕਹਿੰਦਾ ਆਪਣਾ 에ਅਰਫੋਰਸ ਵਨ ਦੇ ਦੇਣਾ ਪਰ ਸਾਡੀ ਕਿਸੇ ਗੱਲ ਦਾ ਮੁੱਲ ਨਹੀਂ ਪਾਉਂਦੇ। ਇਹਨਾਂ ਦਾ ਕੀ ਹੈਗਾ ਕਿ ਇਹਨਾਂ ਨੂੰ ਉੱਥੇ ਵੋਟ ਬੈਂਕ ਵਾਸਤੇ ਇਹਨਾਂ ਦੀ ਹੈਲਪਲੈਸਨੈਸ ਹੈ ਉਸ ਚੱਕਰ ਦੇ ਵਿੱਚ। ਪਰ ਹੁਣ ਇਹ ਬਹੁਤ ਵੱਡੀ ਗੇਮ ਖੇਲ ਗਏ ਕਿ ਬਿਨਾਂ ਕਿਸੇ ਜੇ ਸਬੂਤ ਹੈਗਾ ਤਾਂ ਸਬੂਤ ਦਿਓ। ਫਿਰ ਇੰਨੀ ਦੇਰ ਤੇ ਤੁਸੀਂ ਸਬੂਤ ਕਿੱਥੇ ਰੱਖੇ ਨੇ? ਤੇ ਜੇ ਤੁਹਾਡਾ ਸਿਟੀਜ਼ਨ ਹੈ ਫਿਰ ਉਹਦੀ ਸਿਕਿਉਰਿਟੀ ਕੀ ਨਹੀਂ ਕਰਨੀ ਸੀ? ਫਿਰ ਤੁਸੀਂ ਸਿਕਿਉਰਿਟੀ ਫਿਰ ਤੁਹਾਡਾ ਲਾ ਐਂਡ ਆਰਡਰ ਫੇਲ ਹੈਗਾ। ਠੀਕ ਹੈ, ਬੜੇ ਇਹਦੇ ਚ ਪ੍ਰਸ਼ਨ ਮਾਰਕ ਲੱਗੇ ਨੇ ਪਰ ਇਹ ਬਹੁਤ ਇੱਕ ਬਚਕਾਨੀ ਜਿਹੜੀ ਸਟੇਟਮੈਂਟ ਦਿੱਤੀ ਹੈਗੀ ਹੈ ਔਰ ਇਹਦੇ ਨਾਲ ਜਿਹੜਾ ਸਾਡਾ ਟ੍ਰੇਡ ਹੈਗਾ, ਸਾਡਾ ਭਾਈਚਾਰਾ ਹੈਗਾ, ਅਸੀਂ ਤਾਂ ਕਹਿੰਦੇ ਜਿਹੜਾ ਤੀਜਾ ਪੰਜਾਬ ਦਾ ਕੈਨੇਡਾ ਹੈਗਾ ਤੇ ਸਾਰਾ ਕੁਝ ਉੱਥੇ ਹੈਗਾ। ਫਿਰ ਤੁਸੀਂ ਇਹ ਦੇਖੋ ਕਿ $22 ਬਿਲੀਅਨ ਇਹਨਾਂ ਨੂੰ ਇਨਕਮ ਹੈਗੀ ਹੈ ਜਿਹੜੇ ਸਟੂਡੈਂਟਸ ਦਿੰਦੇ ਨੇ। 3,20,000 ਸਟੂਡੈਂਟ ਉੱਥੇ ਪੜ੍ਹਦੇ ਨੇ ਜਿਹੜੇ ਕਾਲਜ ਦੀ 100 ਦੀ ਸਟਰੈਂਥ ਹੈ ਉੱਥੇ 500 ਨੂੰ ਐਡਮਿਸ਼ਨ ਦਿੱਤੀ ਹੋਈ ਔਰ ਉਹਨਾਂ ਨੂੰ ਨਾ ਰਹਿਣ ਨੂੰ ਥਾਂ ਹੈ ਨਾ ਉਹਨਾਂ ਨੂੰ ਖਾਣ ਪੀਣ ਨੂੰ ਥਾਂ। ਬੁਰਾ ਹਾਲ ਹੈ। ਦੇ ਆਰ ਮਿੰਟਿੰਗ ਮਨੀ ਔਨ ਆਰ ਬਿਹਾਫ ਸਾਡੇ ਕਰਕੇ। ਪਰ ਦੇਖੋ ਮੈਂ ਚੰਨੀ ਸ਼ੁਰੂਆਤ ਦੇ ਵਿੱਚ ਉਹੀ ਜ਼ਿਕਰ ਕੀਤਾ ਸੀ ਕਿ ਇੱਕ ਫੈਕਟ ਇਹ ਵੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਵੈਲਕਮ ਕੀਤਾ ਕੈਨੇਡਾ ਨੇ, ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੂੰ। ਆਪਾਂ ਤਾਂ ਹੀ ਥਰਡ ਪੰਜਾਬ ਦਾ ਜ਼ਿਕਰ ਕਰਦੇ ਹਾਂ ਕਿ
ਉਹ ਕੈਨੇਡਾ ਦੇ ਵਿੱਚ ਵਸਿਆ ਹੋਇਆ, ਔਰ ਆਪਾਂ ਨੂੰ ਪਤਾ ਵੀ ਹੈ ਕਿ ਉੱਥੇ ਬਹੁਤ ਸਾਰੇ ਲੋਕ, ਮੈਨੂੰ ਨਹੀਂ ਮੌਕਾ ਮਿਲਿਆ ਕਿਤੇ ਕੈਨੇਡਾ ਜਾਣ ਦਾ, ਪਰ ਬਹੁਤ ਸਾਰੇ ਲੋਕ ਇਹ ਜ਼ਿਕਰ ਕਰਦੇ ਨੇ ਕਿ ਤੁਸੀਂ ਸੜਕ ਦੇ ਉੱਤੇ ਨਿਕਲੋ ਤਾਂ ਤੁਹਾਨੂੰ ਪੰਜਾਬੀ ਦੇ ਵਿੱਚ ਬੋਰਡ ਲੱਗੇ ਹੋਏ ਵੀ ਨਜ਼ਰ ਆਉਣਗੇ। ਉੱਥੇ ਦੀ ਲੈਂਗੁਏਜ ਨੂੰ ਇਸ ਤਰੀਕੇ ਨਾਲ ਵੀ ਪੰਜਾਬੀ ਨੂੰ ਅਪਣਾਇਆ ਗਿਆ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਵਾਰੀ ਸਾਰਿਆਂ ਦਾ ਰੁਖ ਕਰ ਲਵਾਂ। ਗੁਰਚਰਨ ਸਿੰਘ ਗਰੇਵਾਲ ਜੀ ਸਾਡੇ ਨਾਲ SGPC ਤੋਂ ਜੁੜੇ ਹੋਏ ਨੇ। ਗਰੇਵਾਲ ਸਾਹਿਬ, SGPC ਇਸ ਨੂੰ ਕਿਵੇਂ ਦੇਖ ਰਹੀ ਹੈ? ਦੇਖੋ, ਗੁਰੂ ਘਰ ਦੇ ਬਾਹਰ ਕਤਲ ਕੀਤਾ ਜਾਂਦਾ ਹੈ ਹਰਦੀਪ ਸਿੰਘ ਨਿੱਜਰ ਦਾ 18 ਜੂਨ ਨੂੰ। ਦੂਜੀ ਗੱਲ ਇਹ ਹੈ ਕਿ ਉੱਥੇ ਬੋਰਡ ਜਿਸ ਤਰੀਕੇ ਨਾਲ ਲੱਗੇ, ਉਹ ਵੀ ਇੱਕ ਕੁਐਸਚਨ ਮਾਰਕ ਤਾਂ ਜ਼ਰੂਰ ਹੈ ਕਿ ਇੰਡੀਅਨ ਕੌਂਸੂਲੇਟ ਦੇ ਡਾਇਰੈਕਟਲੀ ਬੋਰਡ ਲਗਾ ਕੇ ਉਹ ਵਾਂਟਡ ਕਰਾਰ ਦੇ ਦਿੱਤੇ ਗਏ। ਹੁਣ ਪੁਆਇੰਟ ਇਹ ਹੈ ਕਿ ਵਾਕਈ ਹੀ ਇਸ ਤਰੀਕੇ ਨਾਲ ਜਿਹੜੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਟੇਟਮੈਂਟ ਦੇ ਦਿੱਤੀ ਪਾਰਲੀਮੈਂਟ ਦੇ ਵਿੱਚ, ਇਹ ਦੋਵੇਂ ਦੇਸ਼ਾਂ ਦੇ ਰਿਸ਼ਤੇ ਔਰ ਰਿਸ਼ਤਿਆਂ ਦਾ ਅਸਰ ਪੰਜਾਬੀਆਂ ਤੇ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਉੱਤੇ ਨਹੀਂ ਪਏਗਾ? ਦੇਖੋ ਗੌਰਵ ਜੀ, ਤੁਸੀਂ ਪਹਿਲਾਂ ਆਰੰਭ ਦੇ ਵਿੱਚ ਗੱਲ ਕੀਤੀ ਆ ਕਿ ਅੱਜ ਦੀ ਜਿਹੜੀ ਡਿਬੇਟ ਆ, ਭਾਵੇਂ ਡਿਬੇਟ ਤਾਂ ਤੁਹਾਡੀ ਸਾਰੀ ਵੈਲਿਊਏਬਲ ਹੁੰਦੀ ਆ ਜੀ, ਪਰ ਇਹ ਬਹੁਤ ਗੰਭੀਰਤਾ ਦਾ ਵਿਸ਼ਾ। ਇਸ ਨੂੰ ਅਸੀਂ 1 ਘੰਟੇ ਦਾ ਟਾਈਮ ਆ ਜਾਂ 40 ਮਿੰਟ ਦਾ ਟਾਈਮ ਆ, ਇਹਦੇ ਵਿੱਚ ਸਿਰਫ ਅਸੀਂ ਇੱਕ ਦੂਜੇ ਨੂੰ ਉੱਚੀ ਸੁਰ ਦੇ ਵਿੱਚ ਨੀਵਾਂ ਦਿਖਾ ਕਰੀਏ, ਇਹਦਾ ਅਸਰ ਬੜਾ ਡੂੰਘਾ ਜਾਣ ਵਾਲਾ, ਬਹੁਤ ਵੱਡੀ ਚੇਂਜ ਆ ਜਾਏਗੀ ਜੇ ਇਹ ਅੱਜ ਦੇ ਹਾਲਾਤ ਜਿਹੜੇ ਆ ਇਹ ਨਹੀਂ ਸੁਧਰਦੇ ਜੀ। ਕਿਉਂਕਿ ਇਹ ਸਿੱਖਾਂ ਦੇ ਨਾਲ ਜੁੜਿਆ ਮਾਮਲਾ, ਮੈਂ ਇਕੱਲਾ ਪੰਜਾਬੀ ਦਾ ਗੱਲ ਨਾ ਕਰਾਂ, ਇਹ ਸਿੱਖਾਂ ਨਾਲ ਸਿੱਧੇ ਤੌਰ ਤੇ ਜੁੜਿਆ ਮਾਮਲਾ। ਤੇ ਇਹ ਸਿੱਖ ਜਿਹੜੇ ਆ ਇਹ ਦੇਸ਼ ਦੀ ਕਹਿੰਦੇ ਆ ਬੁਨਿਆਦ ਦੇ ਵਿੱਚ ਆਪਣਾ ਖੂਨ ਤੇ ਲਹੂ ਤੇ ਸਿਰ ਦੇਣ ਵਾਲੇ ਸਿੱਖ ਨੇ, ਤੇ ਅੱਜ ਵੀ ਸਰਦਾਰ ਇਹ ਗੱਲ ਦੀ ਕਾਇਮੀ ਆ। ਮੈਂ ਇਹ ਗੱਲ ਕਲੀਅਰ ਕਰਦੇ ਆ, ਚਾਹੇ ਚੰਨੀ ਸਾਹਿਬ ਬੈਠੇ ਨੇ, ਚਾਹੇ ਇੱਥੇ ਭਾਰਤਵਾਜ ਜੀ ਬੈਠੇ ਨੇ, ਇੱਥੇ ਕੋਈ ਨੂਰਾ ਕੁਸ਼ਤੀ ਨਹੀਂ ਕਰਨੀ, ਆਪਾਂ ਇਹਦੀ ਗੰਭੀਰਤਾ ਦੀ ਗੱਲ ਕਰਨੀ ਆ। ਤੇ ਮੈਂ ਇਹ ਗੱਲ ਕਲੀਅਰ ਕਰਦੇ ਆ ਕਿ ਮੈਂ ਇੱਕ ਖਾਲਿਸਤਾਨੀ ਦੇ ਤੌਰ ਤੇ ਨਹੀਂ ਬੈਠਾ ਇੱਥੇ, ਤੇ ਖਾਲਿਸਤਾਨੀ ਦੀ ਗੱਲ ਕਰਨ ਵਾਲਿਆਂ ਦੇ ਮੈਂ ਖਿਲਾਫ ਨਹੀਂ ਹੈਗਾ, ਇਹ ਗੱਲ ਮੇਰੀ ਕਲੀਅਰ ਕਰ ਲਓ। ਦੂਜੀ ਗੱਲ ਜੀ, ਵਿਦੇਸ਼ ਦੇ ਅੰਦਰ ਜੋ ਪਿਛਲੇ ਦਿਨੀ ਘਟਨਾਵਾਂ ਵਾਪਰੀਆਂ, ਕਿਸੇ ਨੇ ਝੰਡਾ ਪਾੜਿਆ, ਬਹੁਤ ਮਾੜੀ ਗੱਲ ਆ, ਕਿਸੇ ਨੇ ਕਾਉਂਸਲਰ ਕੁੱਟਿਆ, ਉਹ ਮਾੜੀ ਗੱਲ ਆ, ਕਿਸੇ ਨਾ ਕਿਸੇ ਢੰਗ ਨਾਲ ਬਦਨਾਮ ਸਿੱਖਾਂ ਨੂੰ ਉਲਝਾ ਕੇ ਬਦਨਾਮ ਕਰਨ ਦੀ ਇੱਕ ਵੱਡੀ ਸਾਜ਼ਿਸ਼ ਆ। ਮੈਂ ਇਹ ਮੰਨਦਾ ਕਿ ਸਿੱਖਾਂ ਦੀ ਸਲਤਨਤ ਜਿਹੜੀ ਬਾਹਰ ਦੁਨੀਆ ਦੇ ਅੰਦਰ ਧਾਕ ਜੰਮੀ ਆ, ਉਹਨੂੰ ਡੰਡ ਪਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ, ਉਸੇ ਗੱਲ ਦਾ ਹਿੱਸਾ ਇਹ ਆ ਗਿਆ। ਇੱਕ ਗੱਲ ਮੈਂ ਬਹੁਤ ਗੰਭੀਰਤਾ ਨਾਲ ਕਹਿਣਾ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ, ਉਹ ਕੋਈ ਸਿਆਸਤ ਅਧੀਨ ਕਹਿੰਦਾ ਜਾਂ ਕੁਝ ਵੀ ਕਹਿੰਦਾ, ਜੇ ਉਹਨੇ ਕਿਸੇ ਸਿਆਸਤ ਅਧੀਨ ਕੀਤਾ ਤੇ ਉਹ ਅਗਲੇ ਸਮੇਂ ਭੁਗਤੇਗਾ, ਪਰ ਜੇ ਉਹਨੇ ਕੋਈ ਗੱਲ ਕਹੀ ਆ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮੁੱਦਾ, ਜਿਵੇਂ ਤੁਸੀਂ ਵੀ ਗੱਲ ਕੀਤੀ ਆ ਕਿ ਜੇ ਦੋਸ਼ੀ ਆ, ਜੇ ਉਹ ਤੁਹਾਡੇ ਲਈ ਇਨਾਮੀ ਜੇ ਕਹਿੰਦੇ ਆ ਬੰਦਾ ਵਾ, ਤਾਂ ਉਸਨੂੰ ਕਾਨੂੰਨ ਦੇ ਮੁਤਾਬਕ ਦੇਣੀ ਚਾਹੀਦੀ ਆ। ਜੇ ਉਹਦਾ ਕਤਲ ਕਰਨ ਦੇ ਵਿੱਚ ਕਿਸੇ ਤਰ੍ਹਾਂ ਸਾਡੇ ਦੇਸ਼ ਦੇ ਲੋਕ ਸ਼ਾਮਲ ਨੇ, ਤਾਂ ਮੈਨੂੰ ਲੱਗਦਾ ਇਸ ਗੱਲ ਦਾ ਬਹੁਤ ਮਾੜਾ ਅਸਰ ਆਉਣ ਵਾਲੇ ਸਮੇਂ 'ਚ ਜਾਣ ਵਾਲਾ। ਸਾਨੂੰ ਇਹਦੀ ਗੰਭੀਰਤਾ ਸਮਝਣੀ ਪਏਗੀ, ਕਿਉਂਕਿ ਜਿੱਥੇ ਦੋ ਦੇਸ਼ਾਂ ਦੇ ਵਿੱਚ ਵੱਡਾ ਵਖਰੇਵਾ ਪਿਆ, ਜਿਹੜੀ ਕਿ ਬਹੁਤ ਵੱਡੀ ਸਾਂਝ ਹੈ, ਮੈਂ ਨਹੀਂ ਕਹਿੰਦਾ ਸਾਂਝ ਨਾ ਵੀ ਹੋਵੇ, ਕਿਉਂਕਿ ਦੁਨੀਆ ਦੇ ਅੰਦਰ ਇੱਕ ਸੰਵਾਦ ਕਰਦੇ ਆ, ਜੁੜ ਕੇ ਚੱਲਦੇ ਆ, ਤੇ ਦੋ ਦੇਸ਼ਾਂ ਦੇ ਜੋ ਹਾਲਾਤ ਬਣ ਗਏ, ਉਹਨੇ ਸਾਡਾ ਤਸਵੀਰ ਕਰਤਾ, ਅਸੀਂ ਉਹਨਾਂ ਦਾ ਕਰਤਾ। ਇਹ ਜਿਹੜੇ ਵੀ ਹਾਲਾਤ ਬਣੇ ਆ ਇਹ ਮਾੜੇ ਨੇ, ਇਹਨਾਂ ਹਾਲਾਤਾਂ ਨੂੰ ਸੁਧਾਰਨਾ ਚਾਹੀਦਾ, ਇਹਨੂੰ ਵਿਗਾੜਨਾ ਨਹੀਂ ਚਾਹੀਦਾ। ਤੇ ਸਿੱਖਾਂ ਦੇ ਨਾਲ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਦਿਸ ਰਹੇ ਨੇ, ਦੁਨੀਆ ਦੇ ਵਿੱਚ ਦੇਸ਼ ਦੀ ਇਸ ਗੱਲ 'ਚ ਹਾਨੀ ਹੋਈ ਆ। ਮੈਂ ਅਗਲੇ ਟਰਮ ਦੇ ਵਿੱਚ ਤੁਹਾਨੂੰ ਮੈਂ ਸਬੂਤ ਕਰ ਦਿਆਂਗਾ ਕਿ ਦੁਨੀਆ ਦਾ ਮੀਡੀਆ ਕੀ ਕਹਿ ਰਿਹਾ, ਇਹ ਗੱਲ ਸਾਨੂੰ ਮੈਂ ਵੀ ਸੁਣਨ ਦੀ ਕੋਸ਼ਿਸ਼ ਕਰ ਰਿਹਾ। ਗਰੇਵਾਲ ਸਾਹਿਬ, ਠੀਕ ਹੈ, ਤੁਹਾਡਾ ਪੁਆਇੰਟ ਆਇਆ, ਤੁਸੀਂ ਬਹੁਤ ਵੈਲਿਡ ਗੱਲ ਕਹੀ ਹੈ ਕਿ ਬਹੁਤ ਗੰਭੀਰਤਾ ਨਾਲ ਗੱਲ ਕਰੀਏ। ਮੈਂ ਇੱਕ ਵਾਰ ਸਾਰਿਆਂ ਦਾ ਰੁਖ ਕਰ ਲਵਾਂ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਦੇਖੋ, ਕੈਨੇਡਾ ਦੀ ਮੀਡੀਆ ਇਸ ਸਮੇਂ ਕੀ ਜ਼ਿਕਰ ਕਰ ਰਹੀ ਹੈ। ਕੈਨੇਡਾ ਦੀ ਮੀਡੀਆ ਨੂੰ ਜਿੰਨਾ ਸੁਣਨ ਦਾ ਤੇ ਪੜ੍ਹਨ ਦਾ ਮੈਂ ਕੋਸ਼ਿਸ਼ ਕੀਤੀ, ਉਹਨਾਂ ਦਾ ਜ਼ਿਕਰ ਇਹ ਹੈ ਕਿ ਇੱਕ ਸੈਪਰੇਟਿਸਟ, ਇੱਕ ਵੱਖਵਾਦੀ ਜੋ ਇੱਕ ਵੱਖਰੇ ਦੇਸ਼ ਦਾ ਮੰਗ ਕਰ ਰਿਹਾ ਹੈ ਜਾਂ ਫਿਰ ਖਾਲਿਸਤਾਨੀ ਮੂਵਮੈਂਟ ਨੂੰ ਚਲਾ ਰਿਹਾ ਹੈ, ਉਸ ਦਾ ਮਰਡਰ ਹੋਇਆ ਹਰਦੀਪ ਸਿੰਘ ਨਿੱਜਰ। ਮਤਲਬ ਬਹੁਤ ਕਲੀਅਰ ਹੈ ਕਿ ਉਹ ਇੱਕ ਐਸੀ ਮੂਵਮੈਂਟ ਚਲਾ ਰਿਹਾ ਹੈ ਜਿਸ ਦੇ ਨਾਲ ਭਾਰਤ ਦੀ ਪ੍ਰਭੂ ਸੱਤਾ ਨੂੰ ਖਤਰਾ ਹੈ, ਯਾਨੀ ਕਿ ਜਾਂ ਉਹਨੂੰ ਤੋੜਨ ਦੀ ਗੱਲ ਕਰ ਰਿਹਾ ਹੈ। ਇਸ ਕਰਕੇ ਮੈਂ ਇੱਥੇ ਸਿੱਧਾ ਜ਼ਿਕਰ ਕਰ ਰਿਹਾ ਕਿ ਦੁਨੀਆ ਭਰ ਦੀ ਮੀਡੀਆ ਇਸ ਸਮੇਂ ਕੀ ਜ਼ਿਕਰ ਕਰ ਰਹੀ ਹੈ ਹਰਦੀਪ ਸਿੰਘ ਨਿੱਜਰ ਦੇ ਲਈ। ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਮੈਂ ਇੱਕ ਵਾਰ ਮੰਡ ਜੀ ਦਾ ਰੁਖ ਕਰਦਾ। ਪਰਮਜੀਤ ਸਿੰਘ ਮੰਡ ਜੀ ਦਲ ਖਾਲਸਾ ਤੋਂ ਸਾਡੇ ਨਾਲ ਜੁੜੇ ਹੋਏ ਨੇ। ਮੰਡ ਜੀ, ਮੈਂ ਸਿੱਧਾ ਡਾਇਰੈਕਟਲੀ ਉਸ ਪੁਆਇੰਟ ਤੋਂ ਆਣਾ ਜਿਵੇਂ ਗਰੇਵਾਲ ਜੀ ਨੇ ਜ਼ਿਕਰ ਕੀਤਾ। ਤੁਹਾਨੂੰ ਨਹੀਂ ਲੱਗਦਾ ਕਿ ਵੱਖਵਾਦੀਆਂ ਕਰਕੇ ਜਾਂ ਫਿਰ ਕੁਝ ਲੋਕਾਂ ਕਰਕੇ ਦੋ ਵੱਡੇ ਦੇਸ਼ਾਂ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਆ ਰਹੀ ਹੈ, ਤਲਖੀ ਆ ਰਹੀ ਹੈ ਜਾਂ ਆ ਚੁੱਕੀ ਹੈ? ਪੁਆਇੰਟ ਨੰਬਰ 2, ਤੁਹਾਨੂੰ ਨਹੀਂ ਲੱਗਦਾ ਕਿ ਕੁਝ ਵੱਖਵਾਦੀਆਂ ਕਰਕੇ ਜਿਹੜੇ ਹਜ਼ਾਰਾਂ ਲੱਖਾਂ ਇਸ ਸਮੇਂ ਕੈਨੇਡਾ ਦੇ ਵਿੱਚ ਵਸੇ ਹੋਏ ਪੰਜਾਬੀ ਨੇ, ਉਹਨਾਂ ਦੀ ਵੀ ਚਿੰਤਾ ਵਧੀ ਹੋਏਗੀ?
ਨਹੀਂ ਗੌਰਵ ਜੀ, ਇਦਾਂ ਦੀ ਕੋਈ ਗੱਲ ਨਹੀਂ ਗੀ। ਸਭ ਤੋਂ ਪਹਿਲੀ ਗੱਲ ਤੇ ਇਹ ਕਿ ਜਿਹੜੀ ਜਿੱਥੋਂ ਤੁਸੀਂ ਸ਼ੁਰੂਆਤ ਵੀ ਕੀਤੀ, ਪਹਿਲੀ ਗੱਲ ਤੇ ਮੈਂ ਉਸ ਚੀਜ਼ ਨਾਲ ਡਿਸਐਗਰੀ ਕਰਦਾ ਇੱਕ ਤੁਹਾਡੇ ਪੁਆਇੰਟ ਦੇ ਨਾਲ ਜੀ, ਜਿੱਥੇ ਤੁਸੀਂ ਕਿਹਾ ਸੀ ਕਿ ਜਦੋਂ ਖਾਲਿਸਤਾਨੀ ਸ਼ਬਦ ਵਰਤਦੇ ਹੋ ਤੇ ਨਾਲ ਹੀ ਤੁਸੀਂ ਸ਼ਬਦ ਵਰਤਦੇ ਹੋ ਦੇਸ਼ ਦੇ ਦੁਸ਼ਮਣ। ਇੱਕ ਵੱਖਰੀ ਸੁਰ ਰੱਖਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕਿਸੇ ਦੇ ਦੁਸ਼ਮਣ ਹੋ। ਦੁਸ਼ਮਣੀ ਇੱਕ ਅਲੱਗ ਚੀਜ਼ ਹੁੰਦੀ ਆ। ਸਾਡੇ ਘਰਾਂ ਦੇ ਵਿੱਚ ਵੀ ਇੱਕ ਦੂਸਰੇ ਤੋਂ ਅੱਡ ਹੋਣ ਦੀ ਗੱਲ ਚੱਲ ਪੈਂਦੀ ਹੈ, ਪਰ ਅੱਡ ਹੋਣ ਦਾ ਮਤਲਬ ਕਦੀ ਵੀ ਇਹ ਨਹੀਂ ਹੁੰਦਾ ਕਿ ਤੁਸੀਂ ਉਸ ਦੇ ਕੱਟੜ ਦੁਸ਼ਮਣ ਹੋ। ਸੋ ਪਹਿਲੀ ਗੱਲ ਮੈਨੂੰ ਲੱਗਦਾ ਸਾਨੂੰ ਇਹ ਚੀਜ਼ ਠੀਕ ਕਰਨੀ ਚਾਹੀਦੀ। ਅਸੀਂ ਕਦੀ ਵੀ ਇੰਡੀਆ ਨੂੰ ਆਪਣਾ ਦੁਸ਼ਮਣ ਦੇ ਤੌਰ ਤੇ ਨਹੀਂ ਮੰਨਦੇ। ਇਹ ਮੰਨਦੇ ਆ ਕਿ ਸਾਡੇ ਆਪਣੇ ਕੁਝ ਅਧਿਕਾਰ ਨੇ ਜਿਨ੍ਹਾਂ ਨੂੰ ਅਪਹੋਲਡ ਕਰਨਾ ਚਾਹੀਦਾ, ਜਿਨ੍ਹਾਂ ਦੀ ਜਸਟਿਸ ਹੋਣੀ ਚਾਹੀਦੀ ਹੈ। ਠੀਕ ਹੈ, ਸੋ ਪਹਿਲੀ ਗੱਲ ਮੈਂ ਇੱਥੋਂ ਕਲੀਅਰ ਕਰਨੀ ਚਾਹੁੰਦਾ ਸੀ। ਦੂਜੀ ਗੱਲ ਜਿਹੜੀ ਤੁਸੀਂ ਕਹੀ ਕਿ ਵੱਖਵਾਦੀਆਂ ਦੇ ਕਾਰਨ ਦੋ ਮੁਲਕਾਂ ਦੇ ਵਿੱਚ ਡਿਪਲੋਮੈਟਿਕ ਰਿਲੇਸ਼ਨਸ ਦੇ ਵਿੱਚ ਪਾੜ ਪੈਂਦੀ ਤੁਹਾਨੂੰ ਦਿਖ ਰਹੀ ਆ। ਵੇਖੋ ਇਹਦੀ ਫਿਰ ਜੇ ਸਾਨੂੰ ਲੱਗਦਾ ਹੈ ਕਿ ਦੋ ਮੁਲਕਾਂ ਦੇ ਵਿੱਚ ਇਸ ਵੱਖਵਾਦੀ ਮੂਵਮੈਂਟ ਨੂੰ ਲੈ ਕੇ ਗੱਲ ਚੱਲਦੀ ਆ ਜਾਂ ਤਲਖੀ ਵੱਧ ਰਹੀ ਆ, ਤੇ ਇਸ ਦਾ ਮਤਲਬ ਜਿੱਥੇ ਉਹ ਵੱਖਵਾਦੀ ਮੂਵਮੈਂਟ ਦੀ ਜ਼ਿਕਰ ਆ, ਜਿੱਥੇ ਉਹ ਵੱਖਵਾਦੀ ਜਿਸ ਖਿੱਤੇ ਦੇ ਨੂੰ ਅਲੱਗ ਕਰਨ ਦੀ ਗੱਲ ਚੱਲਦੀ, ਤਾਂ ਮਤਲਬ ਅਸੀਂ ਇਹ ਮੰਨਦੇ ਆ ਨਾ ਕਿ ਉਸ ਦਾ ਇੱਕ ਕਨਫਲਿਕਟ ਹੈਗਾ ਆ। ਸੋ ਜਦੋਂ ਇਸ ਚੀਜ਼ ਦਾ ਕਨਫਲਿਕਟ ਆ ਤਾਂ ਉਹਦੀ ਪਹਿਲੀ ਜ਼ਿੰਮੇਵਾਰੀ ਮੈਨੂੰ ਲੱਗਦਾ ਕਿ ਇੰਡੀਅਨ ਸਟੇਟ ਤੇ ਆਉਂਦੀ ਆ ਕਿ ਉਸ ਕਨਫਲਿਕਟ ਨੂੰ ਉਹ ਪੋਲੀਟੀਕਲੀ ਰਿਜ਼ੋਲਵ ਕਰੇ। ਕਿਉਂਕਿ ਮੈਂ ਇਸ ਗੱਲ ਤੇ ਬੜਾ ਸਾਫ਼ ਆ, ਇਹ ਸਾਡਾ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਹੀਂਗਾ। ਸਾਡੀ ਖਾਲਿਸਤਾਨ ਦੀ ਮੂਵਮੈਂਟ ਇੱਕ ਪੋਲੀਟੀਕਲ ਇਸ਼ੂ ਆ। ਸੋ ਪੰਜਾਬ ਦੇ ਪੋਲੀਟੀਕਲ ਇਸ਼ੂਜ਼ ਨੂੰ ਪੋਲੀਟੀਕਲੀ ਹੀ ਰਿਜ਼ੋਲਵ ਕਰਨਾ ਚਾਹੀਦਾ। ਮੈਨੂੰ ਲੱਗਦਾ ਜਦੋਂ ਅਸੀਂ ਉਹਨੂੰ ਲਾਅ ਐਂਡ ਆਰਡਰ ਦੀ ਪ੍ਰੋਬਲਮ ਬਣਾ ਦਿੰਦੇ, ਬਣਦੀ ਕਦੋਂ ਮੈਂ ਉਹਦੇ ਬਾਰੇ ਦੱਸ ਦਿੰਦਾ। ਜਦੋਂ ਕੋਈ ਚੀਜ਼ ਵਾਰ-ਵਾਰ ਸੁਣੀ ਨਹੀਂ ਜਾਂਦੀ ਕਿਸੇ ਦੀ, ਤਾਂ ਉਹ ਕਿਤੇ ਨਾ ਕਿਤੇ ਜਾ ਕੇ ਇੱਕ ਹਿੱਸਾ ਹੀ ਸਹੀ, ਬੇਸ਼ੱਕ ਭਾਵੇਂ ਛੋਟਾ ਜਿਹਾ ਸਹੀ, ਮੈਂ ਵਿਚਾਲੇ ਤੁਹਾਨੂੰ ਥੋੜਾ ਜਿਹਾ ਰੋਕ ਰਿਹਾ। ਤੁਸੀਂ ਤੁਹਾਡੇ ਸਵਾਲ, ਤੁਹਾਡੇ ਜਵਾਬ ਦੇ ਵਿੱਚੋਂ ਇੱਕ ਸਵਾਲ ਹੈ, ਤੁਸੀਂ ਉਸ ਦੇ ਉੱਤੇ ਵੀ ਐਡ ਕਰ ਦਿਓ। ਸੋ ਦੂਸਰੀ ਤੁਹਾਨੂੰ ਲੱਗਦਾ ਹੈ ਕਿ ਗੱਲਬਾਤ ਜਿਹੜੇ ਕੈਨੇਡਾ ਦੇ ਵਿੱਚ ਬੈਠ ਕੇ ਝੰਡੇ ਲਹਿਰਾਉਂਦੇ ਨੇ ਉਹਨਾਂ ਦੇ ਨਾਲ ਹੋਣੀ ਚਾਹੀਦੀ ਹੈ? ਨਹੀਂ, ਬਿਲਕੁਲ। ਮੈਂ ਵੇਖੋ ਦੋ ਚੀਜ਼ਾਂ ਨੇ। ਤੁਸੀਂ ਜਦੋਂ ਆਪਾਂ ਇਹ ਕਹਿੰਦੇ ਕਿ ਕੈਨੇਡਾ ਦੇ ਵਿੱਚ ਗੱਲ ਹੋ ਰਹੀ ਹੈ, ਤੇ ਉਦੋਂ ਅਸੀਂ ਇਹ ਕਹਿ ਦਿੰਦੇ ਕਿ ਪੰਜਾਬ ਦੇ ਵਿੱਚ ਬਿਲਕੁਲ ਹੀ ਗੱਲ ਨਹੀਂ ਹੈਗੀ। ਇਹ ਗੱਲ ਵੀ ਪੂਰੀ ਸੱਚਾਈ ਨਹੀਂ ਹੈਗੀ। ਇਹਦਾ ਮਤਲਬ ਤੁਸੀਂ ਜਿੰਨਾ ਪੰਜਾਬ ਦੇ ਵਿੱਚ ਪਿਛਲੇ 40 ਸਾਲਾਂ ਦੇ ਸੰਘਰਸ਼ ਚੱਲਿਆ ਉਹਨੂੰ ਸਾਰੇ ਨੂੰ ਮਨਫੀ ਕਰ ਦਿੰਦੇ ਆ। ਅਸੀਂ ਕੈਨੇਡਾ ਦੇ ਵਿੱਚ ਜ਼ਿਆਦਾ ਆਮਦ ਸਾਡੀ ਕਦੋਂ ਵਧੀ ਆ? ਜਦੋਂ ਪੰਜਾਬ ਦੇ ਵਿੱਚ ਪੂਰੀ ਮੂਵਮੈਂਟ ਸਿਖਰ ਦੇ ਉੱਤੇ ਸੀ ਔਰ ਉਹਨੂੰ ਇੰਡੀਆ ਨੇ ਆਪਣੀ ਮਾਈਟ ਦੇ ਨਾਲ ਕ੍ਰਸ਼ ਕੀਤਾ, ਆਪਣੀ ਆਰਮਡ ਫੋਰਸਿਸ ਦੇ ਨਾਲ ਕ੍ਰਸ਼ ਕੀਤਾ। ਸੋ ਜਦੋਂ ਇੱਥੇ ਹਰ ਪਿੰਡ ਦੇ ਵਿੱਚੋਂ ਸਾਨੂੰ ਕੋਈ ਨਾ ਕੋਈ ਉਸ ਮੂਵਮੈਂਟ ਦਾ ਸ਼ਹੀਦ ਮਿਲ ਜਾਂਦਾ। ਇੱਕ ਜ਼ਾਹਿਰ ਜਿਹੀ ਗੱਲ ਹੈ, ਕੁਦਰਤੀ ਸੁਭਾਅ ਹੈ ਕਿ ਜਦੋਂ ਇੱਕ ਖਿੱਤੇ ਦੇ ਵਿੱਚ ਸਟੇਟ ਇਸ ਤਰੀਕੇ ਦੇ ਨਾਲ ਵਾਇਲੈਂਸ ਕਰਨ ਦੇ ਉੱਤੇ ਆ ਜਾਏ, ਤੇ ਬਹੁਤ ਸਾਰੇ ਵਿੱਚੋਂ ਸ਼ਖਸ ਜਿਹੜੇ ਨੇ ਦੂਸਰੇ ਮੁਲਕਾਂ ਚਲੇ ਜਾਂਦੇ ਨੇ। ਅਸੀਂ ਬੰਗਲਾਦੇਸ਼ 'ਚ ਵੇਖਿਆ, ਮੈਂ ਪਿਛਲੇ ਵੀ ਐਗਜ਼ਾਮਪਲ ਦਿੱਤੀ ਸੀ, ਕਈਆਂ ਨੂੰ ਉਹ ਸਹੀ ਨਹੀਂ ਲੱਗੀ, ਪਰ ਉਹ ਐਗਜ਼ਾਮਪਲਸ ਢੁਕਦੀਆਂ ਨੇ। ਸੋ ਜੇ ਕੋਈ ਉਹ ਚਲੇ ਗਏ ਨੇ ਉੱਥੇ ਜਾ ਕੇ, ਉਹਨਾਂ ਨੇ ਉੱਥੇ ਸ਼ਰਨ ਲਈ ਆ, ਜਾਂ ਉੱਥੇ ਕੈਨੇਡਾ ਨੇ ਉਹਨਾਂ ਨੂੰ ਸ਼ਰਨ ਦਿੱਤੀ ਹੈ, ਜਾਂ ਉੱਥੇ ਦੇ ਸਿਟੀਜ਼ਨ ਬਣ ਗਏ ਨੇ, ਇਹਦਾ ਮਤਲਬ ਇਹ ਨਹੀਂ ਹੈ ਕਿ ਹੁਣ ਉਹ ਪੰਜਾਬ ਦੇ ਨਾਲ ਆਪਣੀ ਜਿਹੜਾ ਨਾਤਾ ਹੈ ਪੂਰੀ ਤਰ੍ਹਾਂ ਤੋੜ ਦੇਣ। ਉਹਨਾਂ ਦਾ ਅੱਜ ਵੀ ਇਹ ਮੰਨਣਾ ਹੈ ਕਿ ਜਿਹੜੀ ਪੰਜਾਬ ਦੀ ਮੂਵਮੈਂਟ ਜਿਵੇਂ ਚੱਲਦੀ ਆ, ਉਸ ਤੇ ਜਦੋਂ ਵੀ ਪੰਜਾਬ ਦੇ ਖਾਲਿਸਤਾਨ ਰੂਪਮਾਨ ਹੋਏਗਾ ਉਹ ਮੁੜੇ। ਇਹ ਦੁਨੀਆ ਦੀ ਹਰ ਇੱਕ ਸੈਪਰੇਟਿਸਟ ਮੂਵਮੈਂਟ ਦੇ ਨਾਲ ਹੁੰਦਾ ਹੈ, ਇਹ ਕੋਈ ਨਵੀਂ ਨਹੀਂ ਹੈਗੀ। ਈਵਨ ਜਿਹੜੀਆਂ ਸੈਪਰੇਟਿਸਟ ਮੂਵਮੈਂਟਸ ਨਾ ਵੀ ਹੋਣ, ਜੇ ਉੱਥੇ ਉਵੇਂ ਵੀ ਸਰਕਾਰ ਜ਼ਬਰ ਜ਼ੁਲਮ ਕਰੇ, ਜਿਵੇਂ ਅਸੀਂ ਨੈਲਸਨ ਮੰਡੇਲਾ ਹੋਣਾ ਦੀ ਜਿਹੜੀ ਮੂਵਮੈਂਟ ਹੈ, ਹਾਲਾਂਕਿ ਉਹ ਅਪਾਰਟheid ਦੇ ਖਿਲਾਫ ਆ, ਉੱਥੇ ਜਿਹੜੇ ਬਲੈਕਸ ਦੇ ਨਾਲ ਵਿਤਕਰਾ ਹੁੰਦਾ ਉਹਦੇ ਖਿਲਾਫ ਆ, ਉੱਥੇ ਵੀ ਜਦੋਂ ਅਫਰੀਕਨ ਗੌਰਮੈਂਟ ਗੱਲ ਨਹੀਂ ਸੀ ਸੁਣਦੀ ਔਰ ਉਹਨਾਂ ਦੇ ਉੱਤੇ ਵਾਇਲੈਂਸ ਕਰਦੀ ਸੀ, ਬਹੁਤ ਸਾਰੇ ਉਹਨਾਂ ਦੇ ANC ਦੇ ਲੀਡਰਸ ਅਫਰੀਕਾ ਤੋਂ ਬਾਹਰ ਬੈਠੇ ਸੀਗੇ। ਸੋ ਇਹ ਗੱਲ ਕਹਿਣੀ ਕਿ ਬਾਹਰ ਚਲੇ ਗਏ ਇਸ ਕਰਕੇ ਉਹਨਾਂ ਦੇ ਨਾਲ ਗੱਲ ਨਹੀਂ ਹੋ ਸਕਦੀ, ਇਹ ਮੈਨੂੰ ਲੱਗਦਾ ਕੋਈ ਸਹੀ ਤਰਕ ਨਹੀਂ ਹੈਗਾ। ਗੱਲ ਹੋਣੀ ਚਾਹੀਦੀ ਆ ਤੁਹਾਡੇ ਜਿਹੜੇ ਲੌਜੀਕ ਨੇ ਸਰ, ਮੈਂ ਉਸ ਦੇ ਉੱਪਰ ਵੀ ਬੋਲਾਂ, ਮੈਂ ਇੱਕ ਵਾਰੀ ਸਾਰਿਆਂ ਦਾ ਰੁਕ ਕਰਨਾ, ਨਾਲ ਗੱਲ ਹੋਣੀ ਚਾਹੀਦੀ ਜਿਹੜਾ ਉਸ ਚੱਲਦੀ ਵਕਾਲਤ ਕਰਦਾ ਹੈ। ਠੀਕ ਹੈ, ਨਹੀਂ ਦੇਖੋ ਪੁਆਇੰਟ ਤਾਂ ਇਹ ਵੀ ਹੈ ਨਾ ਸਰ ਕਿ ਤੁਸੀਂ ਕਹਿ ਰਹੇ ਹੋ ਕਿ ਮੂਵਮੈਂਟ ਹੁਣ ਪੰਜਾਬ ਦੇ ਵਿੱਚ ਕਿਹੜੀ ਮੂਵਮੈਂਟ ਹੈ? ਲੋਕਾਂ ਨੂੰ ਬਾਰ-ਬਾਰ ਆਪਾਂ ਇਸ ਟੌਪਿਕ ਦੇ ਉੱਤੇ ਡਿਬੇਟ ਕਰਦੇ ਹਾਂ ਔਰ ਫਿਰ ਘੁੰਮ ਫਿਰ ਕੇ ਗੱਲ ਆ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਕੋਈ ਮੂਵਮੈਂਟ ਨਹੀਂ ਹੈ, ਪੰਜਾਬ ਦੇ ਵਿੱਚ ਕੋਈ ਖਾਲਿਸਤਾਨ ਦਾ ਜ਼ਿਕਰ ਨਹੀਂ ਹੈ। ਰੈਫਰੈਂਡਮ ਦਾ ਜ਼ਿਕਰ ਹੁੰਦਾ ਕੈਨੇਡਾ 'ਚ, ਉੱਥੇ ਇੱਕ ਸਕੂਲ ਨੂੰ ਬੁੱਕ ਕਰ ਲਿਆ ਜਾਂਦਾ ਤੇ ਉੱਥੇ ਰੈਫਰੈਂਡਮ ਕਰਾਉਣ ਦਾ ਜ਼ਿਕਰ ਹੁੰਦਾ। ਪੰਜਾਬ 'ਚ ਤਾਂ ਐਸਾ ਨਹੀਂ ਸੁਣਿਆ। ਰੈਫਰੈਂਡਮ ਦਾ ਜ਼ਿਕਰ ਕਰਦੇ ਨੇ ਕਿ ਪੰਜਾਬ ਦੇ ਵਿੱਚ ਕਰਵਾਵਾਂਗੇ, ਕੈਨੇਡਾ 'ਚ ਬੈਠ ਕੇ, ਅਮਰੀਕਾ ਦੇ ਵਿੱਚ ਬੈਠ ਕੇ ਗੁਰਪਤਵੰਤ ਸਿੰਘ ਪੰਨੂ ਕਰਵਾ ਰਿਹਾ ਹੁੰਦਾ, ਕਦੇ ਕੈਨੇਡਾ 'ਚ ਆ ਕੇ ਨਾਅਰੇਬਾਜ਼ੀ ਕਰ ਦਿੰਦਾ, ਕਦੇ ਅਮਰੀਕਾ ਦੇ ਵਿੱਚ ਕੋਈ ਨਾਅਰੇਬਾਜ਼ੀ ਕਰਵਾ ਦਿੰਦਾ, ਜਾਂ ਫਿਰ ਜਿੱਥੇ ਜਿਹੜੇ ਐਮਬੈਸੀਜ਼ ਨੇ ਉਹਨਾਂ ਦੇ ਉੱਤੇ ਹਮਲਾ ਹੁੰਦਾ। ਸਵਾਲ ਇਹ ਹੈ ਕਿ ਜਿਸ ਧਰਤੀ ਦਾ ਜ਼ਿਕਰ ਹੈ ਉਸ ਧਰਤੀ ਤੇ ਆ ਕੇ ਗੱਲ ਕਿਉਂ ਨਹੀਂ ਹੁੰਦੀ? ਜਿਸ ਧਰਤੀ ਦਾ ਜ਼ਿਕਰ ਕਰਕੇ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਖਾਲਿਸਤਾਨ ਚਾਹੀਦਾ ਜਾਂ ਖਾਲਿਸਤਾਨ ਦੀ ਗੱਲ ਅਸੀਂ ਕਰੀਏ, ਉੱਥੇ ਆ ਕੇ ਗੱਲ ਨਹੀਂ ਨਾ ਹੁੰਦੀ ਕਿ ਗੱਲ ਹੋ ਰਹੀ ਹੈ ਸਾਰੀ ਕੈਨੇਡਾ ਦੇ ਵਿੱਚ। ਚਲੋ ਥੋੜਾ ਇੱਕ ਵਾਰੀ ਟਾਈਮ ਦਿਓ, ਮੈਂ ਬਾਕੀ ਮਹਿਮਾਨਾਂ ਦਾ ਰੁਕ ਕਰ ਲਵਾਂ। ਮੈਂ ਤੁਹਾਡੇ ਕੋਲ ਆਵਾਂਗਾ, ਬਹੁਤ ਸਾਰੇ ਸਵਾਲ ਤੁਹਾਡੇ ਕੋਲ ਹੋਣਗੇ ਸਰ, ਤੁਹਾਡੇ ਤੋਂ ਮੈਂ ਜਵਾਬ ਲੈਣਾ ਚਾਹੂੰਗਾ, ਇਨਫੈਕਟ ਲੋਕ ਲੈਣਾ ਚਾਹਣਗੇ। ਮੈਂ ਇੱਕ ਵਾਰ ਰੁਕ ਕਰਦਾ ਵਿਜੇ ਭਾਰਦਵਾਜ ਜੀ ਦਾ। ਵਿਜੇ ਭਾਰਦਵਾਜ ਜੀ, ਤੁਸੀਂ ਇਸ ਪੂਰੀ ਜੋ ਘਟਨਾਕ੍ਰਮ ਵਾਪਰ ਰਿਹਾ ਉਸ ਨੂੰ ਕਿਵੇਂ ਦੇਖ ਰਹੇ ਹੋ? ਇੱਕ ਪਾਸੇ ਪੰਜਾਬੀ ਨੇ, ਗਰੇਵਾਲ ਜੀ ਨੇ ਜ਼ਿਕਰ ਕੀਤਾ ਸੀ ਕਿ ਸਿੱਧਾ ਸਿੱਖ ਕੌਮ ਦੇ ਨਾਲ ਜੁੜਿਆ ਹੋਇਆ ਮਸਲਾ ਹੈ, ਪਰ ਇਹ ਵੀ ਲੱਗਦਾ ਕਿ ਜਦੋਂ ਮੈਂ ਪੰਜਾਬੀਆਂ ਦਾ ਜ਼ਿਕਰ ਕਰ ਰਿਹਾ ਤੇ ਇੱਥੇ ਜਿਹੜੇ ਹਿੰਦੂ ਰਹਿੰਦੇ ਨੇ ਉਹ ਵੀ ਬਹੁਤ ਵੱਡੀ ਗਿਣਤੀ 'ਚ ਕੈਨੇਡਾ ਪਹੁੰਚ ਗਏ। ਜਿਹੜੇ ਇੱਥੇ ਹੋਰ ਕਮਿਊਨਿਟੀ ਦੇ ਲੋਕ ਰਹਿੰਦੇ ਨੇ, ਕੋਈ ਮੁਸਲਮਾਨ ਪਰਿਵਾਰ ਤੋਂ ਹੋਵੇ ਜਾਂ ਕੋਈ ਈਸਾਈ ਭਾਈਚਾਰੇ ਤੋਂ ਹੋਵੇ, ਉਹ ਵੀ ਕੈਨੇਡਾ ਪਹੁੰਚ ਗਏ, ਉੱਥੇ ਜਾ ਕੇ ਰਹਿ ਰਹੇ ਨੇ। ਮੈਂ ਇਸ ਕਰਕੇ ਕਹਿ ਰਿਹਾ ਕਿ ਪੰਜਾਬੀ, ਤੁਹਾਨੂੰ ਲੱਗਦਾ ਕਿ ਉਹਨਾਂ ਦੇ ਉੱਤੇ ਕੋਈ ਅਸਰ ਨਜ਼ਰ ਆ ਸਕਦਾ? ਤੁਹਾਨੂੰ ਲੱਗਦਾ ਕਿ ਉਹਨਾਂ ਦੇ ਲਈ ਉੱਥੇ ਸਥਿਤੀਆਂ
ਵਿਗੜ ਸਕਦੀਆਂ ਨੇ, ਜਾਂ ਫਿਰ ਉੱਥੇ ਰਹਿਣਾ ਮੁਸ਼ਕਿਲ ਹੋ ਸਕਦਾ ਹੈ, ਜਾਂ ਉੱਥੇ ਦੀ ਸਰਕਾਰ ਜਾਂ ਐਡਮਿਨਿਸਟ੍ਰੇਸ਼ਨ ਜਾਂ ਫਿਰ ਦੋਵੇਂ ਦੇਸ਼ਾਂ ਦੇ ਜਿਹੜੇ ਤਲਕ ਤੇਵਰ ਨੇ ਉਸ ਦੀ ਵਜ੍ਹਾ ਨਾਲ ਕੋਈ ਦਿੱਕਤ ਆ ਸਕਦੀ ਹੈ? ਦੇਖੋ, ਇੱਕ ਪਾਸੇ ਆਪਾਂ ਬੜੀ ਸੋਚਣ ਦੀ ਗੱਲ ਹੈ, ਇੱਕ ਪਾਸੇ ਸਾਰੇ ਵਰਲਡ ਦੀ ਜਿਹੜੀ ਕਮਿਊਨਿਟੀ ਹੈ, ਜਿਹੜੇ ਵਰਲਡ ਦੇ ਲੀਡਰ ਹੈ ਜੀ, ਉਹ ਮੇਰੀ ਆਵਾਜ਼ ਮੈਨੂੰ ਦੁਬਾਰਾ ਸੁਣਦੀ ਪਈ ਹੈ। ਆ ਜਰਾ ਆ ਦੇਖਣਾ ਜਰਾ ਪਲੀਜ਼। ਠੀਕ ਆ, ਉਹ ਠੀਕ ਕਰ ਦੇਣਗੇ। ਵਰਲਡ ਕਮਿਊਨਿਟੀ ਦੇ ਜਿਹੜੇ ਲੀਡਰ ਹੈ ਉਹ ਬੈਠ ਕੇ ਇਹ ਕਹਿ ਰਹੇ ਹੈ ਵੀ ਆਪਾਂ ਨੇ ਆਤੰਕਵਾਦ ਨੂੰ, ਹਾਂ, ਉਹ ਕਹਿੰਦੇ ਪਏ ਆ, ਸਾਰੇ ਲੀਡਰ ਮਿਲ ਕੇ ਇਹ ਗੱਲ ਕਰਦੇ ਪਏ ਆ ਵੀ ਆਪਾਂ ਪੂਰੇ ਵਰਲਡ ਦੇ ਵਿੱਚੋਂ ਆਤੰਕਵਾਦ ਨੂੰ ਕਿੱਦਾਂ ਖਤਮ ਕਰਨਾ ਹੈ ਜੀ। ਔਰ ਦੂਸਰੇ ਪਾਸੇ ਕੈਨੇਡਾ ਵਰਗਾ ਇੱਕ ਐਸਾ ਦੇਸ਼ ਹੈ ਜਿਹੜਾ ਕਿ ਆਤੰਕਵਾਦੀਆਂ ਨੂੰ ਪਾਲਦਾ ਪਿਆ, ਜਿਸ ਤਰੀਕੇ ਨਾਲ ਪਾਕਿਸਤਾਨ ਪਾਲਦਾ ਪਿਆ ਸੀਗਾ। ਔਰ ਉਸੇ ਤਰੀਕੇ ਦੇ ਨਾਲ ਜਿਹੜਾ ਕੈਨੇਡਾ ਹੈ ਉਹ ਕਿੱਦਾਂ ਆਤੰਕਵਾਦੀਆਂ ਨੂੰ ਪਾਲ ਕੇ, ਤੁਸੀਂ ਥੋੜੀ ਦੇਰ ਪਹਿਲਾਂ ਦੇਖਿਆ ਹੋਵੇਗਾ, ਕੁਝ ਦਿਨ ਪਹਿਲਾਂ ਦੀ ਗੱਲ ਹੈ, ਜਿਸਲੇ ਕਿਸਾਨ ਮੂਵਮੈਂਟ ਚੱਲੀ ਸੀਗੀ ਪੰਜਾਬ ਦੇ ਵਿੱਚ, ਇੱਥੇ ਆਪਣੀ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਸੀਗਾ, ਸਭ ਤੋਂ ਜ਼ਿਆਦਾ ਫੰਡਿੰਗ ਜਿਹੜੀ ਸੀਗੀ ਉਹ ਕੈਨੇਡਾ ਦੇ ਵਿੱਚੋਂ ਹੋਈ। ਹਿੰਦੁਸਤਾਨ ਨੂੰ ਅਸਥਿਰ ਕਰਨ ਵਾਸਤੇ, ਹਿੰਦੁਸਤਾਨ ਨੂੰ ਪੂਰੇ ਵਰਲਡ ਦੇ ਵਿੱਚ ਬਦਨਾਮ ਕਰਨ ਵਾਸਤੇ ਸਾਰੀ ਕੈਨੇਡਾ ਦੀ ਫੰਡਿੰਗ ਹੋਈ। ਹੁਣ ਆਪਾਂ ਇਹ ਗੱਲ ਦੇਖਦੇ ਪਏ ਹਾਂ, ਹੁਣੀ ਮੈਂ ਮੰਡ ਸਾਹਿਬ ਦੀ ਗੱਲ ਸੁਣਦਾ ਪਿਆ ਸੀਗਾ, ਗਰੇਵਾਲ ਸਾਹਿਬ ਨੇ ਤਾਂ ਬਹੁਤ ਵਧੀਆ ਗੱਲਾਂ ਕਹੀਆਂ, ਉਹਨਾਂ ਨੇ ਬੜੀਆਂ ਨਪੀਆਂ ਤੁਲੀਆਂ ਗੱਲਾਂ ਕਹੀਆਂ। ਮੰਡ ਸਾਹਿਬ ਕਰਦੇ ਪਏ ਸੀਗੇ ਸਾਡੇ ਇੰਡੀਅਨ ਗਵਰਨਮੈਂਟ ਦੇ ਨਾਲ ਪੰਗਾ। ਤੁਹਾਡਾ ਇੰਡੀਅਨ ਗਵਰਨਮੈਂਟ ਦੇ ਨਾਲ ਪੰਗਾ ਹੈ, ਪਰ ਸਾਡੇ ਹਿੰਦੂਆਂ ਨਾਲ ਕੀ ਤੁਹਾਡਾ ਪੰਗਾ ਹੈ ਵੀ ਜਿਸਲੇ ਤੁਸੀਂ ਖਾਲਿਸਤਾਨ ਦੀ ਮੂਵਮੈਂਟ ਚਲਾਉਂਦੇ ਹੋ, ਹਿੰਦੂਆਂ ਨੂੰ ਟਾਰਗੇਟ ਕਰਦੇ ਹੋ। 1980 ਤੋਂ ਲੈ ਕੇ 1990 ਦੇ ਵਿੱਚ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਚਲਾਈ ਸੀਗੀ, ਹਜ਼ਾਰਾਂ ਹਿੰਦੂਆਂ ਨੂੰ ਮਾਰਿਆ ਤੁਸੀਂ, ਉਹਨਾਂ ਦਾ ਨਰਸੰਹਾਰ ਕੀਤਾ, ਕਤਲੇਆਮ ਕੀਤਾ, ਉਹਨਾਂ ਨੂੰ ਇੱਥੋਂ ਪੰਜਾਬ ਤੋਂ ਛੱਡਣ ਵਾਸਤੇ ਮਜਬੂਰ ਕਰਤਾ। ਇਸ ਕਰਕੇ ਮੈਂ ਅੱਜ ਵੀ ਇੱਕ ਗੱਲ ਕਹੀ ਸੀਗੀ, ਮੈਂ ਇਹ ਗੱਲ ਕਹੀ ਹੈ ਵੀ ਕੈਨੇਡਾ ਦੇ ਵਿੱਚ ਹੋਇਆ, ਚਾਹੇ ਆਪਣੇ ਆਸਟ੍ਰੇਲੀਆ ਦੇ ਵਿੱਚ ਕਹਿ ਲਓ, ਜਿੱਥੇ ਤੁਹਾਡੀ ਅਗਰ ਦੁਸ਼ਮਣੀ ਹੈ, ਤੁਸੀਂ ਗਵਰਨਮੈਂਟ ਦੇ ਨਾਲ ਜੋ ਕੁਝ ਕਰਨਾ ਹੈ ਆਪਣੇ ਕਰੋ, ਪਰ ਹਿੰਦੂਆਂ ਦੇ ਮੰਦਿਰਾਂ ਦੇ ਉੱਤੇ ਤੁਸੀਂ ਜਾ ਕੇ ਕਿਉਂ ਇਹੋ ਜਿਹੇ ਅਟੈਕ ਕਰਦੇ ਹੋ? ਹਿੰਦੂਆਂ ਨੂੰ ਕਿਉਂ ਤੰਗ ਕਰਦੇ ਹੋ? ਹਿੰਦੂਆਂ ਨੂੰ ਕਿਉਂ ਗਾਲਾਂ ਕੱਢਦੇ ਹੋ? ਇਸ ਕਰਕੇ ਸਾਨੂੰ ਅੱਜ ਦੀ ਸਭ ਤੋਂ ਵੱਡੀ ਜਿਹੜੀ ਚਿੰਤਾ ਕੈਨੇਡਾ ਦੀ ਹੈ, ਉਹ ਸਾਡੇ ਹਿੰਦੂ ਬਹੁਤ ਜ਼ਿਆਦਾ ਬੱਚੇ ਇੱਥੇ ਪੜਨ ਵਾਸਤੇ ਗਏ ਹੋਏ ਆ। ਇਹ ਲੋਕੀ ਟਾਰਗੇਟ ਕਰਨਗੇ, ਕਿਉਂਕਿ ਜਿਸ ਤਰੀਕੇ ਦੇ ਨਾਲ ਕੈਨੇਡਾ ਦੀ ਗਵਰਨਮੈਂਟ